ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ। ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਮੈਂ ਸੁਖ ਪੱਟੀਵਾਲ। ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਕੈਪਟਨ ਵੱਲੋਂ ਕੇਜਰੀਵਾਲ ਖਿਲਾਫ ਦੇਸ਼ ਧਰੋਹ ਦੀ ਕੀਤੀ ਟਿੱਪਣੀ ਦਾ ਭਗਵੰਤ ਮਾਨ ਨੇ ਦਿੱਤਾ ਮੂੰਹ ਤੋੜ ਜਵਾਬ। ਕੈਪਟਨ ਅਰੂਸ਼ਾ ਦੀ ਦੋਸਤੀ ਨੂੰ ਲਿਆ ਨਿਸ਼ਾਨੇ ਤੇ। ਆਪ ਖਿਲਾਫ ਪਰਚੇ ਦੇ ਹੁਕਮ ਦੇ ਕਸੂਤੇ ਘਿਰੇ ਕੈਪਟਨ ਅਮਰਿੰਦਰ ਸਿੰਘ। ਭਗਵੰਤ ਮਾਨ ਨੇ ਕੀਤੇ ਵਿਅੰਗਮਈ ਵਾਰ, ਚੁੱਕੇ ਵੱਡੇ ਸਵਾਲ। ਵਜੀਫਾ ਘੁਟਾਲੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਬੂਤ ਪੇਸ਼ ਕਰ ਕੈਪਟਨ ਨੂੰ ਲਿਆ ਅੜੀਕੇ। ਨਵਜੋਤ ਸਿੰਘ ਸਿੱਧੂ ਤੇ ਵੀ ਤਾਣੀਆਂ ਤੋਪਾਂ। ਚਾਰ ਸੌ ਤੋਂ ਵੱਧ ਪਾਵਨ ਸਰੂਪ ਲਾਪਤਾ ਹੋਣ ਤੇ ਸਿੱਖ ਸੰਗਤ ਦਾ ਰੋਸ ਪ੍ਰਦਰਸ਼ਨ। ਆਗੂਆਂ ਨੇ ਬਾਦਲਾਂ ਨੂੰ ਲਿਆ ਨਿਸ਼ਾਨੇ ਤੇ, ਕਿਹਾ ਬਾਦਲਾਂ ਦੇ ਇਸ਼ਾਰੇ ਤੇ ਹੋ ਰਹੀ ਬੇਅਦਬੀ। ਸੁਖਦੇਵ ਸਿੰਘ ਢੀਂਡਸਾ ਦੀਆਂ ਵਧੀਆਂ ਮੁਸ਼ਕਲਾਂ। ਸਿੰਘ ਸਾਹਿਬ ਕੋਲ ਪਹੁੰਚਿਆ ਮੰਗ ਪੱਤਰ, ਕਿਹਾ ਢੀਂਡਸਾ ਨੂੰ ਅਕਾਲ ਤਖਤ ਸਾਹਿਬ ਕਰੋ ਤਲਬ। ਐਸਜੀਪੀਸੀ ਮੁਲਾਜ਼ਮਾਂ ਤੇ ਪੁਲਿਸ ਦੀ ਗੁੰਡਾਗਰਦੀ ਆਈ ਸਾਹਮਣੇ। ਅਪਾਹਿਜ ਬੱਚੇ ਤੇ ਢਾਹਿਆ ਤਸ਼ੱਦਦ ਅਤੇ ਗੁਰਸਿੱਖ ਬੀਬੀ ਦੇ ਮਾਰਿਆ ਥੱਪੜ। ਹੁਣ ਖਬਰਾਂ ਵਿਸਤਾਰ ਨਾਲ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵਿੱਟਰ ਜ਼ਰੀਏ ਦਿੱਲੀ ਮੁੱਖ ਮੰਤਰੀ ਤੇ ਦੇਸ਼ ਧਰੋਹ ਵਾਲੀ ਟਿੱਪਣੀ ਕਰ ਕਸੂਤੇ ਘਿਰ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਤੇ ਪਲਟਵਾਰ ਕਰਦਿਆਂ ਲਿਖਿਆ ਕਿ ਰਾਜਾ ਸਾਹਿਬ ਜਿਨ੍ਹਾਂ ਦੇ ਆਪਣੇ ਘਰ ਵਿੱਚ ਪਾਕਿਸਤਾਨੀ ਪੱਤਰਕਾਰ ਰਹਿੰਦੇ ਹੋਣ, ਉਹ ਦੂਸਰਿਆਂ ਤੇ ਦੇਸ਼ ਧਰੋਹੀ ਦਾ ਇਲਜ਼ਾਮ ਲਗਾਉਂਦੇ ਚੰਗੇ ਨਹੀਂ ਲੱਗਦੇ। ਉਧਰ ਜਰਨੈਲ ਸਿੰਘ ਨੇ ਵੀ ਕੈਪਟਨ ਤੇ ਵਿਅੰਗਮਈ ਵਾਰ ਕੀਤੇ। ਰਾਜਾ ਸਾਹਿਬ ਜਿਨ੍ਹਾਂ ਦੇ ਆਪਣੇ ਘਰ 'ਚ ਪਾਕਿਸਤਾਨੀ ਪੱਤਰਕਾਰ ਰਹਿੰਦੇ ਹੋਣ, ਉਹ ਦੂਸਰਿਆਂ ਤੇ ਦੇਸ਼ ਧਰੋਹੀ ਦਾ ਇਲਜ਼ਾਮ ਲਗਾਉਂਦੇ ਚੰਗੇ ਨਹੀਂ ਲੱਗਦੇ। ਇਹ ਸ਼ਬਦ ਨੇ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ, ਜਿਨ੍ਹਾਂ ਨੇ ਕੈਪਟਨ ਸਾਹਿਬ ਵੱਲੋਂ ਦਿੱਲੀ ਮੁੱਖ ਮੰਤਰੀ ਖਿਲਾਫ ਕੀਤੀ ਟਿੱਪਣੀ ਕਿ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡਣ। ਕੈਪਟਨ ਦੀ ਇਸ ਟਿੱਪਣੀ ਦਾ ਮਾਨ ਨੇ ਸਪਸ਼ਟ ਸ਼ਬਦਾਂ 'ਚ ਤਿੱਖਾ ਜਵਾਬ ਦਿੱਤਾ। ਦੇਖੋ ਮਾਨ ਦਾ ਟਵੀਟ। ਮਾਮਲਾ ਆਪ ਵੱਲੋਂ ਪੰਜਾਬ 'ਚ ਆਕਸੀਮੀਟਰ ਵੰਡਣ ਦਾ ਸੀ, ਜਿਸ ਦਾ ਵਿਰੋਧ ਕਰਦਿਆਂ ਕੈਪਟਨ ਸਾਹਿਬ ਵੱਲੋਂ 3 ਟਵੀਟ ਕਰ ਕੇਜਰੀਵਾਲ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਗਿਆ ਅਤੇ ਕੇਜਰੀਵਾਲ ਸਾਹਿਬ ਤੇ ਗੰਭੀਰ ਦੋਸ਼ ਲਗਾਉਣ ਦੇ ਨਾਲ ਪੰਜਾਬ ਡੀਜੀਪੀ ਨੂੰ ਆਪ ਖਿਲਾਫ ਪਰਚਾ ਦਰਜ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਦੇਖੋ ਕੈਪਟਨ ਸਾਹਿਬ ਦੇ ਟਵੀਟ। ਕੈਪਟਨ ਦੇ ਐਕਸ਼ਨ ਤੇ ਆਪ ਦੀ ਪੰਜਾਬ ਇਕਾਈ ਨੇ ਤਿੱਖਾ ਰਿਐਕਸ਼ਨ ਦਿੱਤਾ। ਜਿੱਥੇ ਭਗਵੰਤ ਮਾਨ, ਹਰਪਾਲ ਚੀਮਾ ਤੇ ਜਰਨੈਲ ਸਿੰਘ ਕੈਪਟਨ ਦੇ ਗੜ ਪਟਿਆਲੇ 'ਚ ਜਾ ਗਰਜੇ, ਤਾਂ ਆਪ ਦੇ ਕੁਝ ਲੀਡਰਾਂ ਨੇ ਵੀ ਲਾਈਵ ਹੋ ਪੜਾਸ ਕੱਢੀ। ਜਰਨੈਲ ਸਿੰਘ ਨੇ ਟਵੀਟ ਜ਼ਰੀਏ ਕੈਪਟਨ ਸਾਹਿਬ ਤੇ ਤੰਜ ਕੱਸਿਆ। ਆਮ ਆਦਮੀ ਪਾਰਟੀ ਖਿਲਾਫ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਡੀਜੀਪੀ ਨੂੰ ਪਰਚੇ ਦੇ ਦਿੱਤੇ ਹੁਕਮ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੈਪਟਨ ਦੇ ਐਕਸ਼ਨ ਤੇ ਤਿੱਖਾ ਰਿਐਕਸ਼ਨ ਦਿੱਤਾ। ਭਗਵੰਤ ਮਾਨ ਨੇ ਕੈਪਟਨ ਤੇ ਵੱਡੇ ਸਵਾਲ ਖੜੇ ਕੀਤੇ ਤਾਂ ਹਰਪਾਲ ਸਿੰਘ ਚੀਮਾ ਨੇ ਵੀ ਕੈਪਟਨ ਅਤੇ ਅਰੂਸ਼ਾ ਆਲਮ ਤੇ ਤਿੱਖਾ ਹਮਲਾ ਬੋਲਿਆ। ਪੰਜਾਬ ਦੇ ਮੁੱਖ ਮੰਤਰੀ ਇਕੱਲੀ ਅਰੂਸ਼ਾ ਆਲਮ ਦੀ ਸੁਣਦੇ ਨੇ, ਪੰਜਾਬ ਵਿੱਚ ਕਿਸੇ ਹੋਰ ਦੀ ਨਹੀਂ ਸੁਣਦੇ। ਨਾ ਉਹ ਵਿਰੋਧੀ ਧਿਰਾਂ ਦੀ ਗੱਲ ਸੁਣਨ ਨੂੰ ਤਿਆਰ ਨੇ ਅਤੇ ਨਾ ਹੀ ਆਪਣੇ ਵਿਧਾਇਕਾਂ ਦੀ ਗੱਲ ਸੁਣਨ ਨੂੰ ਤਿਆਰ ਨੇ। ਇਹੀ ਕਾਰਨ ਹੈ ਕਿ ਅੱਜ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ। ਇਹ ਬੋਲ ਨੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੇ, ਜਿਨ੍ਹਾਂ ਨੇ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਮੱਦੇਨਜ਼ਰ ਕੈਪਟਨ ਅਤੇ ਅਰੂਸ਼ਾ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਵਿਰੋਧੀ ਧਿਰ ਦੀ ਭੂਮਿਕਾ ਪੰਜਾਬ 'ਚ ਨਿਭਾ ਰਹੀ ਆ। ਮੈਂ ਕਿੰਨੀ ਵਾਰ ਪੰਜਾਬ ਦੇ ਸੀਐਮ ਸਾਹਿਬ ਦਾ ਸੰਪਰਕ ਕੀਤਾ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਅਸੀਂ ਪੰਜਾਬ ਦੇ ਵਿੱਚ ਕਰੋਨਾ
ਮਹਾਮਾਰੀ ਦਾ ਕਿਵੇਂ ਨਜਿੱਠਣਾ ਗਾ ਸਾਡੇ ਕੋਲੇ ਮਾਡਲ ਆ ਦਿੱਲੀ ਦਾ ਡਿਸਕਸ ਕਰਨਾ ਚਾਹੁੰਦੇ ਆ, ਪਰ ਲੇਕਿਨ ਕੋਈ ਟਾਈਮ ਨਹੀਂ ਮਿਲਿਆ। ਔਰ ਉਸ ਤੋਂ ਬਾਅਦ ਮੈਂ ਇੱਕ ਡਿਟੇਲ ਲੈਟਰ, ਇੱਕ ਵੱਡਾ ਲੈਟਰ ਲਿਖ ਕੇ ਸੀਐਮ ਸਾਹਿਬ ਨੂੰ ਭੇਜਿਆ ਪੰਜਾਬ ਦੇ ਮੁੱਖ ਮੰਤਰੀ ਨੂੰ, ਪਰ ਲੇਕਿਨ ਉਹਦਾ ਵੀ ਕੋਈ ਜਵਾਬ ਨਹੀਂ ਆਇਆ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ, ਜਿਸ ਤਰ੍ਹਾਂ ਜਰਨੈਲ ਸਿੰਘ ਜੀ ਨੇ ਕਿਹਾ ਕਿ ਸਿਰਫ ਤੇ ਸਿਰਫ ਕਿਹਦੀ ਸੁਣਦੇ ਨੇ, ਉਹ ਕੱਲੇ ਅਰੂਸਾ ਆਲਮ ਦੀ ਸੁਣਦੇ ਨੇ, ਹੋਰ ਕਿਸੇ ਬੱਚੇ ਦੀ ਪੰਜਾਬ 'ਚ ਨਹੀਂ ਸੁਣਦੇ। ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਨਾ ਵਿਰੋਧੀ ਧਿਰਾਂ ਦੀ ਗੱਲ ਸੁਣਨ ਨੂੰ ਤਿਆਰ ਨੇ, ਨਾ ਉਹ ਆਪਣੇ ਵਿਧਾਇਕਾਂ ਦੀ ਗੱਲ ਸੁਣਨ ਨੂੰ ਤਿਆਰ ਨੇ, ਨਾ ਉਹ ਪੰਜਾਬ ਦੇ ਅਫਸਰਾਂ ਦੀ ਗੱਲ ਸੁਣਨ ਨੂੰ ਤਿਆਰ ਨੇ। ਉਹ ਸਿਰਫ ਤੇ ਸਿਰਫ ਅਰੂਸਾ ਆਲਮ ਦੀ ਗੱਲ ਸੁਣਦੇ ਨੇ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ, ਲੈਂਡ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ, ਮਾਈਨਿੰਗ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ। ਅੱਜ ਪੰਜਾਬ ਦੇ ਲੋਕਾਂ ਦੀ ਜਾਨ ਖਤਰੇ 'ਚ ਆ, ਪਰ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਕਿਸੇ ਨੂੰ ਸੁਣਨਾ ਨਹੀਂ ਚਾਹੁੰਦਾ। ਉਲਟਾ ਜਿਹੜਾ ਹੈਗਾ ਬੇਤੁਕੀਆਂ ਬੇਲੋੜੀਆਂ ਗੈਰ ਜ਼ਿੰਮੇਵਾਰ ਨਾਲ ਸਟੇਟਮੈਂਟਾਂ ਜਾਰੀ ਕਰ ਰਿਹਾ ਹੈਗਾ। ਬੜੀ ਹੈਰਾਨੀ ਦੀ ਗੱਲ ਆ ਕਿ ਸੀਐਮ ਸਾਹਿਬ, ਦਿੱਲੀ ਦੇ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੂੰ ਬਹੁਤ ਵੱਡਾ ਮੈਗਾਸਿਸ ਅਵਾਰਡ ਮਿਲਿਆ ਹੋਇਆ ਹੈਗਾ, ਬਹੁਤ ਵੱਡਾ ਅਵਾਰਡ ਉਹਨਾਂ ਨੂੰ ਮਿਲਿਆ ਹੈਗਾ, ਉਹ ਦੇਸ਼ ਦੀਆਂ ਸਿਵਲ ਸਰਵਿਸ ਦੇ ਕੰਮ ਕਰਦੇ ਰਹੇ ਨੇ, ਕਿ ਕਮਿਸ਼ਨਰ ਰਹੇ ਨੇ, ਉਹਨਾਂ ਦੀ ਧਰਮ ਪਤਨੀ ਕਮਿਸ਼ਨਰ ਰਹੇ ਨੇ। ਉਹਨਾਂ ਉਸ ਤਰ੍ਹਾਂ ਦੇ ਵਰਗੇ ਬੰਦਿਆਂ ਤੇ ਇਸ ਤਰ੍ਹਾਂ ਦੋਸ਼ ਲਾਉਣਾ ਬਹੁਤ ਮਾੜੀ ਗੱਲ ਆ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਉਹ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ, ਬਾਹਰ ਆਉਣ ਔਰ ਲੋਕਾਂ ਦੇ ਮਸਲੇ ਹੱਲ ਕਰਨ। ਆਮ ਆਦਮੀ ਪਾਰਟੀ ਦੇ ਆਕਸੀਮੀਟਰ ਵੰਡਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ, ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਭਲਾ ਹੋਣਾਗਾ। ਇਹ ਇਕੱਲੇ ਪੰਜਾਬ 'ਚ ਨਹੀਂ ਸ਼ੁਰੂ ਕੀਤੀ, ਇਹ ਜਿਵੇਂ ਦਿੱਲੀ 'ਚ ਪਹਿਲਾਂ ਕੀਤੀ, ਪੰਜਾਬ 'ਚ ਆ, ਉੜੀਸਾ ਦੇ ਵਿੱਚ ਵੀ ਆ, ਗੋਆ ਦੇ ਵਿੱਚ ਵੀ ਆ, ਉੱਤਰਾਖੰਡ ਦੇ ਵਿੱਚ ਵੀ ਆ। ਇਹ ਜਿਹੜੀ ਮੁਹਿੰਮ ਆ, ਕਿਉਂਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ, ਨੈਸ਼ਨਲ ਪਾਰਟੀ ਹੁੰਦੇ ਹੋਏ ਸੀ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖੀਏ। ਸੋ ਉਸ ਮੁਹਿੰਮ ਦੇ ਤਹਿਤ ਪੰਜਾਬ ਵੀ ਉਹਦਾ ਪਾਰਟ ਹੈਗਾ। ਸੋ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਦੇ ਵਿੱਚ ਸੁਣਿਆ ਗਿਆ। ਸੋ ਇਸ ਗੱਲ ਕਰਕੇ ਅਸੀਂ ਮੁਹਿੰਮ ਸ਼ੁਰੂ ਕੀਤੀ ਹੈਗੀ। ਮਾਨ ਸਾਹਿਬ ਪਾਰਟੀ ਪਰਚਾ ਦਰਜ ਦੀ ਗੱਲ ਹੋਈ ਹੈ, ਪਾਰਟੀ ਪਰਚਾ ਦਰਜ ਕਰਨ ਦੀ ਗੱਲ ਹੋਈ ਹੈ। ਦੇਖੋ ਜੀ, ਕੈਪਟਨ ਸਾਹਿਬ ਕਹਿੰਦੇ ਵੀ ਆਪਾਂ ਨੇ ਜਿਹੜਾ ਬੀਜ ਘੁਟਾਲਾ ਉਹਦੇ ਸਾਰੇ ਮੁੱਖ ਦੋਸ਼ੀਆਂ ਦੇ ਲਿੰਕ ਲੱਭ ਕੇ ਉਹਨਾਂ ਨੂੰ ਸਜ਼ਾ ਦੇਤੀ। ਜਿਹੜਾ ਸ਼ਰਾਬ ਮਾਫੀਆ, ਡੈਣੀ ਤੇ ਸਿੱਕੀ ਹੋਰਾਂ ਦੇ ਲਿੰਕ ਲੱਭ ਕੇ ਸਾਰੇ ਐਮਐਲਏ ਦੇ ਉਹਨਾਂ ਨੂੰ ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਤੇ ਜਿਹੜਾ ਰੇਤ ਮਾਫੀਆ, ਉਹਦੇ ਸਾਰੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਸਜ਼ਾਵਾਂ ਮਿਲ ਗਈਆਂ, ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਵੀ ਜ਼ਬਤ ਕਰ ਲਈ। ਡਰੱਗ ਮਾਫੀਆ ਦੇ ਵੀ ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਦੇ ਲਿੰਕ ਲੱਭੋ ਕਿ ਆਮ ਲੋਕਾਂ ਨਾਲ ਕਿਉਂ ਨੇ। ਇਹ ਆਪਦੇ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਜਿਹੜਾ ਸਕਾਲਰਸ਼ਿਪ ਵਾਲਾ ਸਕੈਮ ਨਿਕਲਿਆ, ਉਹਦਾ ਵੀ ਸਾਰਿਆਂ ਨੂੰ ਸਖਤ ਸਜ਼ਾ ਮਿਲ ਗਈ। ਬੇਅਦਬੀ ਵਾਲੀਆਂ ਵੀ ਸਾਰੀਆਂ ਜਾਂਚਾਂ ਕੰਪਲੀਟ ਹੋ ਕੇ ਜਿਹੜੇ ਦੋਸ਼ੀ ਨੇ ਉਹ ਜੇਲ੍ਹਾਂ 'ਚ ਸੜ ਰਹੇ ਨੇ। ਤੇ ਬਸ ਹੁਣ ਆਮ ਆਦਮੀ ਪਾਰਟੀ ਦੇ ਫਟਾਫਟ ਡੀਜੀਪੀ ਨੂੰ ਆਰਡਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਲਿੰਕ ਲੱਭੋ ਲੋਕਾਂ ਨਾਲ, ਆਮ ਲੋਕਾਂ ਨਾਲ। ਕੈਪਟਨ ਸਾਹਿਬ ਵੱਲੋਂ ਡੀਜੀਪੀ ਨੂੰ ਆਪ ਖਿਲਾਫ ਪਰਚਾ ਦਰਜ ਕਰਨ ਦੇ ਦਿੱਤੇ ਹੁਕਮ ਦੇ ਮਾਮਲੇ ਤੇ ਗੱਲ ਕਰਦਿਆਂ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਸਾਹਿਬ ਤੇ ਵਿਅੰਗਮਈ ਢੰਗ ਨਾਲ ਤਿੱਖੇ ਸਵਾਲ ਖੜੇ ਕੀਤੇ। ਦੇਖੋ ਜੀ, ਕੈਪਟਨ ਸਾਹਿਬ ਕਹਿੰਦੇ ਵੀ ਆਪਾਂ ਨੇ ਜਿਹੜਾ ਬੀਜ ਘੁਟਾਲਾ ਉਹਦੇ ਸਾਰੇ ਮੁੱਖ ਦੋਸ਼ੀਆਂ ਦੇ ਲਿੰਕ ਲੱਭ ਕੇ ਉਹਨਾਂ ਨੂੰ ਸਜ਼ਾ ਦੇਤੀ। ਜਿਹੜਾ ਸ਼ਰਾਬ ਮਾਫੀਆ, ਡੈਣੀ ਤੇ ਸਿੱਕੀ ਹੋਰਾਂ ਦੇ ਲਿੰਕ ਲੱਭ ਕੇ ਸਾਰੇ ਐਮਐਲਏ ਦੇ ਉਹਨਾਂ ਨੂੰ ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਤੇ ਜਿਹੜਾ ਰੇਤ ਮਾਫੀਆ, ਉਹਦੇ ਸਾਰੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਸਜ਼ਾਵਾਂ ਮਿਲ ਗਈਆਂ, ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਵੀ ਜ਼ਬਤ ਕਰ ਲਈ। ਡਰੱਗ ਮਾਫੀਆ ਦੇ ਵੀ ਬਹੁਤ ਸਖਤ ਸਜ਼ਾਵਾਂ ਮਿਲ ਗਈਆਂ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਦੇ ਲਿੰਕ ਲੱਭੋ ਕਿ ਆਮ ਲੋਕਾਂ ਨਾਲ ਕਿਉਂ ਨੇ। ਇਹ ਆਪਦੇ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਜਿਹੜਾ ਸਕਾਲਰਸ਼ਿਪ ਵਾਲਾ ਸਕੈਮ ਨਿਕਲਿਆ, ਉਹਦਾ ਵੀ ਸਾਰਿਆਂ ਨੂੰ ਸਖਤ ਸਜ਼ਾ ਮਿਲ ਗਈ। ਬੇਅਦਬੀ ਵਾਲੀਆਂ ਵੀ ਸਾਰੀਆਂ ਜਾਂਚਾਂ ਕੰਪਲੀਟ ਹੋ ਕੇ ਜਿਹੜੇ ਦੋਸ਼ੀ ਨੇ ਉਹ ਜੇਲ੍ਹਾਂ 'ਚ ਸੜ ਰਹੇ ਨੇ। ਤੇ ਬਸ ਹੁਣ ਆਮ ਆਦਮੀ ਪਾਰਟੀ ਦੇ ਫਟਾਫਟ ਡੀਜੀਪੀ ਨੂੰ ਆਰਡਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਲਿੰਕ ਲੱਭੋ ਲੋਕਾਂ ਨਾਲ। 64 ਕਰੋੜ ਵਜੀਫਾ ਘੁਟਾਲੇ ਤੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਤੇ ਸਾਧੂ ਸਿੰਘ ਧਰਮਸੋਤ ਖਿਲਾਫ ਤਿੱਖਾ ਹਮਲਾ ਬੋਲਿਆ। ਸੁਖਬੀਰ ਸਿੰਘ ਨੇ ਸਬੂਤ ਪੇਸ਼ ਕਰਦਿਆਂ ਧਰਮਸੋਤ ਖਿਲਾਫ ਪਰਚੇ ਦੀ ਮੰਗ ਕੀਤੀ ਅਤੇ ਕੈਪਟਨ ਸਾਹਿਬ ਤੇ ਹਰ ਮਾਮਲੇ ਵਿੱਚ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇਣ ਦੇ ਦੋਸ਼ ਲਗਾਏ। ਬਾਦਲ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਉਡੀਕੇ ਲਿਆ। ਇੱਕ ਮੰਤਰੀ ਨੇ ਜਿਹਦਾ ਨਾਮ ਹੈ ਸਾਧੂ ਸਿੰਘ ਧਰਮਸੋਤ, ਉਹਨੇ ਇੰਨਾ ਘਟੀਆ ਕੰਮ ਕੀਤਾ। ਰੇਤੇ ਦਾ ਜਿਹੜਾ ਕੰਮ ਹੋ ਰਿਹਾ, ਦੇਖੋ ਉਹਦੇ 'ਚ ਲੁੱਟੀ ਜਾਂਦੇ ਆ ਤੇ ਬਚਾਉਣ ਵਾਸਤੇ ਕੈਪਟਨ ਸਾਹਿਬ ਕਲੀਨ ਚਿੱਟ ਦਿੰਦੇ ਆ। ਡਿਸਮਿਸ ਕਰਕੇ ਉਹਦੇ ਤੇ ਪਰਚਾ ਕਰਕੇ ਅਰੈਸਟ ਕਰਨਾ ਚਾਹੀਦਾ ਹੈ। ਮੈਂ ਹੈਰਾਨ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਕਿ ਤੁਹਾਡੇ ਕੰਮ ਕੀ ਆ ਮੁੱਖ ਮੰਤਰੀ ਦਾ। ਜਦੋਂ ਕੋਈ ਕਾਂਗਰਸ ਦਾ ਲੀਡਰ ਫਸ ਜਾਂਦਾ ਤਾਂ ਤੁਸੀਂ ਕਲੀਨ ਚਿੱਟ ਦੇ ਦਿੰਦੇ ਹੋ। ਜੇ ਹਰ ਬੰਦੇ ਨੂੰ ਕਲੀਨ ਚਿੱਟ ਦੇਣੀ ਆ ਫਿਰ ਤੁਸੀਂ ਉਸ ਵਿੱਚ ਭਾਗੀਦਾਰ ਹੋ ਜਾਂ ਨਹੀਂ। ਇਹ ਬੋਲਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ, ਜਿਨ੍ਹਾਂ ਨੇ ਕੈਪਟਨ ਸਾਹਿਬ ਵੱਲੋਂ ਆਪਣੇ ਲੀਡਰਾਂ ਦੇ ਕੀਤੇ ਜਾ ਰਹੇ ਬਚਾਓ ਤੇ ਸਵਾਲ ਚੁੱਕਦਿਆਂ ਕੈਪਟਨ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ।
मैं हैरान है कैप्टन अमरिंदर सिंह जी दे कि थोड़ा काम की है मुख्यमंत्री का। ਜਦੋਂ कोई कांग्रेस का लीडर फस जाता है ਤੁਸੀਂ ਉਹਨੂੰ क्लीन चिट दे ਦਿੰਦੇ ਹੋ। ਜੇ हर बंदे ਨੂੰ क्लीन चिट देनी है ਕੀ ਤੁਸੀਂ ਉਹਦੇ 'ਚ ਭਾਗੀਦਾਰੀ ਹੈ ਕਿ ਨਹੀਂ? ਵਜੀਫਾ ਘੁਟਾਲੇ ਵਿੱਚ ਘਿਰੇ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਤਿੱਖਾ ਹਮਲਾ ਬੋਲਦਿਆਂ ਬਾਦਲ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ 1 ਮਿੰਟ ਵੀ ਨਹੀਂ ਲਗਾਉਣਾ ਚਾਹੀਦਾ, ਧਰਮਸੋਤ ਨੂੰ ਡਿਸਮਿਸ ਕਰੋ ਅਤੇ ਉਸ ਤੇ ਪਰਚਾ ਦਰਜ ਕਰ ਅਰੈਸਟ ਕਰਨਾ ਚਾਹੀਦਾ। ਇੱਕ ਮੰਤਰੀ ਨੇ ਜਿਹਦਾ ਨਾਮ ਹੈ ਸਾਧੂ ਸਿੰਘ ਧਰਮਸੋਤ, ਉਹਨੇ ਇੰਨਾ ਘਟੀਆ ਕੰਮ ਕੀਤਾ ਹੈ। ਗਰੀਬ ਬੱਚਿਆਂ ਨੂੰ ਜਿਹੜਾ ਹੱਕ ਮਿਲਣਾ ਸੀ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਿਹੜਾ ਪੈਸਾ ਆਉਂਦਾ ਸੀ, ਉਹ ਪੈਸਾ ਹੀ ਛਕ ਗਿਆ, ਜਿਹਦੇ ਕਾਰਨ ਤੁਸੀਂ ਦੇਖਿਓ ਕਿੰਨੇ ਲੱਖ ਬੱਚੇ ਜਿਹੜੇ ਪੜ੍ਹਾਈ ਕਰ ਸਕਦੇ ਸੀ ਉਹ ਪੜ੍ਹਾਈ ਤੋਂ ਵਾਂਝੇ ਹੋਏ। ਕਿਰਪਾ ਸ਼ੰਕਰ ਸਰੋਜ ਜੋ ਇਸ ਮਹਿਕਮੇ ਦਾ ਜੋ ਐਡੀਸ਼ਨਲ ਚੀਫ ਸੈਕਟਰੀ ਵੀ ਹੈ ਤੇ ਪ੍ਰਿੰਸੀਪਲ ਸੈਕਟਰੀ ਸੋਸ਼ਲ ਡਿਪਾਰਟਮੈਂਟ ਦਾ ਜਿਹੜੀ ਆ ਸਾਰੇ ਕਾਲਜਾਂ ਨੂੰ ਐਸਸੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਮਹਿਕਮਾ, ਉਸ ਮਹਿਕਮੇ ਸੈਕਟਰੀ ਨੇ ਜੋ ਇਨਕੁਆਇਰੀ ਕੀਤੀ ਤੇ ਜੋ ਰਿਪੋਰਟ ਪੇਸ਼ ਕੀਤੀ, ਜੇ ਤੁਸੀਂ ਉਹ ਰਿਪੋਰਟ ਪੜ੍ਹ ਲਓਗੇ 1 ਮਿੰਟ ਨਹੀਂ ਕੈਪਟਨ ਸਾਹਿਬ ਨੂੰ ਲਾਉਣ ਦੀ ਲੋੜ ਤੇ ਧਰਮਸੋਤ ਨੂੰ ਡਿਸਮਿਸ ਕਰਕੇ ਉਹਦੇ ਤੇ ਪਰਚਾ ਕਰਕੇ ਅਰੈਸਟ ਕਰਨਾ ਚਾਹੀਦਾ ਹੈ। ਜ਼ਹਿਰੀਲੀ ਸ਼ਰਾਬ ਮਾਮਲਾ, ਅੰਮ੍ਰਿਤਸਰ ਰੇਲ ਹਾਦਸਾ ਮਾਮਲਾ, ਰੇਤ ਮਾਫੀਆ ਵਰਗੇ ਕਈ ਮਾਮਲਿਆਂ ਨੂੰ ਲੈ ਬਾਦਲ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਨਿਸ਼ਾਨੇ ਬਿੰਨੇ ਅਤੇ ਨਵਜੋਤ ਸਿੰਘ ਸਿੱਧੂ ਤੇ ਵੀ ਵਾਰ ਕੀਤੇ। ਮੈਂ ਤਾਂ ਹੈਰਾਨ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਰਿਪੋਰਟ, ਤੁਸੀਂ ਉਹਨੂੰ ਬਚਾਉਣ, ਸਾਧੂ ਸਿੰਘ ਨੂੰ ਬਚਾਉਣ ਵਾਸਤੇ ਤੁਸੀਂ ਇੱਕ ਹੋਰ ਸੈਕਟਰੀਆਂ ਦੀ ਕਮੇਟੀ ਬਣਾ ਰਹੇ ਹੋ। ਇਹਦਾ ਮਤਲਬ ਕੀ ਹੈ? ਤੁਸੀਂ ਚੋਰਾਂ ਨੂੰ ਬਚਾਉਣਾ। ਉਵੇਂ ਜਿਵੇਂ ਸ਼ਰਾਬ ਦਾ ਹੋਇਆ ਸੀ, ਸ਼ਰਾਬ ਦਾ ਤੁਸੀਂ SIT ਬਣਾਈ, ਕਿਉਂ ਬਣਾਈ? ਕਿਉਂਕਿ ਉਹਨੇ ਕਾਂਗਰਸ ਦੇ ਮੰਤਰੀ, ਕਾਂਗਰਸ ਦੇ MLA ਆਪ ਵੇਚਦੇ ਆ ਸ਼ਰਾਬ ਤੇ ਉਹਨਾਂ ਨੂੰ ਬਚਾਉਣਾ ਸੀ। ਰੇਤੇ ਦਾ ਜਿਹੜਾ ਕੰਮ ਹੋ ਰਿਹਾ ਦੇਖੋ ਉਹਦੇ 'ਚ ਲੁੱਟੀ ਜਾਂਦੇ ਆ ਤੇ ਬਚਾਉਣ ਵਾਸਤੇ ਕੈਪਟਨ ਸਾਹਿਬ ਕਲੀਨ ਚਿੱਟ ਦਿੰਦੇ ਆ। ਜਿਹਨੂੰ ਬਚਾਉਣਾ ਹੁੰਦਾ ਇੱਕ ਕਮੇਟੀ ਬਣਾਉਂਦੇ ਆ ਜਿੱਥੋਂ ਰਿਪੋਰਟ ਲੈ ਲੈਂਦੇ ਆ। ਜਿਵੇਂ ਨਵਜੋਤ ਸਿੱਧੂ ਨੂੰ ਬਚਾਉਣ ਵਾਸਤੇ ਰੇਲਵੇ ਦੇ ਹਾਦਸੇ ਦੀ ਕਮੇਟੀ ਬਣਾਈ ਤੇ ਉਹਨੂੰ ਸਾਰਿਆਂ ਨੂੰ ਮਾਫ ਕਰ ਦਿੱਤਾ। ਇਹਦੇ ਤਾਂ ਤੁਹਾਡੀ ਸਰਕਾਰ ਦੀ ਕਮੇਟੀ ਹੈ, ਕਿਸੇ ਬਾਹਰ ਦੀ ਨਹੀਂ। 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਹੋਣ ਕਾਰਨ ਸਿੱਖ ਜਥੇਬੰਦੀਆਂ 'ਚ ਰੋਸ ਵੱਧਦਾ ਜਾ ਰਿਹਾ ਅਤੇ ਸਿੱਖ ਸੰਗਤ ਸੜਕਾਂ ਤੇ ਉਤਰੀ ਹੋਈ ਹੈ। ਤੇਜਾ ਸਮੁੰਦਰੀ ਹਾਲ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਤੇਜ਼ ਬਾਰਿਸ਼ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਗਿਆ। ਤਸਵੀਰਾਂ 'ਚ ਸਿੱਖ ਸੰਗਤ ਦੇ ਚਿਹਰਿਆਂ ਤੇ ਗੁੱਸਾ ਕਿਸੇ ਹੋਰ ਲਈ ਨਹੀਂ ਬਲਕਿ ਆਪਣੀ ਹੀ ਕੌਮ ਦੇ ਕੁਝ ਕਰਪਟ ਵਿਅਕਤੀਆਂ ਖਿਲਾਫ ਹੈ, ਜਿਨ੍ਹਾਂ ਦੇ ਚਿਹਰਿਆਂ ਤੇ ਨਕਾਬ ਚੜੇ ਹੋਏ ਨੇ। ਗੱਲ ਤਾਂ ਉਹ ਸਿੱਖ ਕੌਮ ਦੀ ਗੁਰੂ ਸਾਹਿਬਾਨਾਂ ਦੀ ਕਰਦੇ ਨੇ, ਪਰ ਆਪਣੀ ਹੀ ਕੌਮ ਨਾਲ ਗੱਦਾਰੀ ਕਰ ਰਹੇ ਨੇ ਅਤੇ ਸਿਆਸਤਦਾਨਾਂ ਦੀਆਂ ਉਂਗਲੀਆਂ ਤੇ ਨੱਚਦੇ ਨੇ। ਇਹ ਕਹਿਣਾ ਹੈ ਰੋਸ ਕਰ ਰਹੀਆਂ ਇਹਨਾਂ ਸਿੱਖ ਜਥੇਬੰਦੀਆਂ ਦਾ, ਜੋ ਅੱਜ ਸੜਕ ਤੇ ਇਸ ਲਈ ਨੇ ਕਿਉਂਕਿ 400 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਦੀ ਟੀਮ ਆ ਉਹਨੂੰ ਜਨਤਕ ਕਰਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਹੋਇਆ ਕੀ ਹੈ, ਕਿਉਂਕਿ ਉਹਦੇ ਵਿੱਚ ਆਊਗਾ ਜ਼ਰੂਰ ਕਿ ਇਹ ਜਿਹੜੇ ਮਹਾਰਾਜ ਦੇ ਸਰੂਪ ਹੈਗੇ ਆ ਇਹ ਸਿਆਸੀ ਆਗੂਆਂ ਦੇ ਕਹਿਣ ਤੇ ਦਿੱਤੇ ਗਏ ਆ। ਕਿਸੇ ਨੂੰ 5, ਕਿਸੇ ਨੂੰ 10, ਕਿਸੇ ਨੂੰ ਕਿੰਨੇ, ਕਿਸੇ ਨੂੰ ਕਿੰਨੇ। ਸਾਡੇ ਕੋਲ ਇਹ ਗੱਲ ਹੈ ਜਿੱਥੇ ਅਕਾਲ ਤਖਤ ਸਾਹਿਬ ਦੇ ਪ੍ਰਚਾਰਕ ਸਾਹਿਬਾਨ ਮਨਾ ਵੀ ਕਰਦੇ ਆ, ਪਰੰਤੂ ਚੋਰ ਮੋਰੀਆਂ, ਪਖੰਡੀ, ਦਗੇਬਾਜ਼ ਲੋਕ, ਮਨਮਤ ਕਰਨ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਵਾ ਲੈਂਦੇ ਹੈਗੇ ਆ। ਤੇ ਫਿਰ ਇੱਕ ਬੜੀ ਵੱਡੀ ਜਿਹੜੀ ਮੰਦਭਾਗੀ ਘਟਨਾ ਹੈਗੀ ਆ ਕਿ 450 ਸਤਿਗੁਰੂ ਸਾਹਿਬ ਦਾ ਸਰੂਪ ਪਹਿਲਾਂ ਤੇ ਕੰਟੇਨਰਾਂ ਵਿੱਚ ਭੇਜਦੇ ਸੀ। ਪਹਿਲਾਂ ਇਹ ਬੜੇ ਹੋਰ ਤਰੀਕੇ ਦੇ ਨਾਲ, ਕਿਉਂਕਿ ਨੋਵਾ ਦੀਆਂ ਗੱਡੀ ਦੀਆਂ ਡਿੱਗੀਆਂ ਵਿੱਚੋਂ ਵੀ ਸਿੰਘਾਂ ਨੇ ਸੇਵਾ ਕੀਤੀ। ਭਾਈ ਮੁੱਛਲ ਸਾਹਿਬ, ਸਾਰੇ ਸਿੰਘਾਂ ਨੇ ਰਲ ਕੇ, ਬਲਬੀਰ ਸਿੰਘ ਮੁੱਛਲ ਹੁਣਾਂ ਦੇ ਸਾਰੇ ਜਥੇ ਨੇ ਰਲ ਕੇ, ਸਾਰਿਆਂ ਵੀਰਾਂ ਨੇ ਸੇਵਾਵਾਂ ਕੀਤੀਆਂ। ਇਹ ਸਾਰੀਆਂ ਮੀਡੀਆ ਵਿੱਚ ਆਉਂਦੀਆਂ ਰਹੀਆਂ ਨੇ, ਪਰੰਤੂ ਇਹਨਾਂ ਨੇ ਸਤਿਕਾਰ ਦੇ ਨਾਂ ਦੇ ਉੱਤੇ ਇੱਕ ਪਾਲਕੀ ਸਾਹਿਬ ਦਾ ਨਿਰਮਾਣ ਕਰਾਇਆ। ਕਾਫੀ ਮਹਿੰਗਾ ਉਹ ਪਾਲਕੀ ਸਾਹਿਬ ਬਣਿਆ। ਉਹਦੇ ਵਿੱਚ 450 ਸਰੂਪ ਕੈਨੇਡਾ ਦੀ ਧਰਤੀ ਵੱਲ ਨੂੰ ਭੇਜੇ ਗਏ ਤੇ ਉੱਥੇ
ਸਮੁੰਦਰ ਦੇ ਕੰਢੇ ਉਹਨਾਂ ਨੂੰ ਖੜੇ ਉਸ ਪਾਲਕੀ ਸਾਹਿਬ ਦਾ ਠਹਿਰਾ ਕਰਾਇਆ ਗਿਆ ਤੇ ਵੇਟ ਕੀਤੀ ਗਈ, ਇੰਤਜ਼ਾਰ ਕੀਤਾ ਗਿਆ ਅਖੌਤੀ ਆਗੂਆਂ ਦਾ ਕਿ ਇਹ ਆਗੂ ਆਉਣਗੇ ਤੇ ਫਿਰ ਜਿਹੜਾ ਨਗਰ ਕੀਰਤਨ ਆ ਜਿਹੜਾ ਉਹ ਕੀਤਾ ਜਾਊਗਾ ਤੇ ਫਿਰ ਮਹਾਰਾਜ ਦੇ ਸਰੂਪ ਥਾਵਾਂ ਤੇ ਜਿੱਥੇ ਜ਼ਰੂਰਤ ਹੈ। ਪਰੰਤੂ ਅਫਸੋਸ ਦੁਨਿਆਵੀ ਤੇ ਕਲਯੁਗੀ ਆਗੂਆਂ ਨੂੰ ਗੁਰੂ ਸਾਹਿਬ ਦੇ ਸਰੂਪ ਉਡੀਕਦੇ ਬੇਅਦਬੀ ਦਾ ਕਾਰਨ ਬਣ ਗਏ, ਜਲਦੀਆਂ ਗਲ ਗਈਆਂ, ਅੰਗ ਗਲ ਗਏ। ਇਹ ਬੜਾ ਵੱਡਾ ਸਵਾਲ ਆ। ਇਹ ਦੱਸਣ ਕਿੰਨੇ ਪੈਸੇ ਲੈ ਕੇ ਕਿਹਦੀ ਸ਼ਹਿ ਦੇ ਉੱਤੇ 450 ਸਰੂਪ ਦੀ ਬੇਅਦਬੀ ਕਰਾਈ ਆ। ਸੋ ਇਸ ਕਰਕੇ ਸਾਡਾ ਅੱਜ ਸੰਕੇਤਕ ਸੰਪੋਲਕ ਇਹ ਸੀਗਾ ਕਿ ਖਾਲਸਾ ਪੰਥ ਇਹ ਪ੍ਰਬੰਧ ਲੈਣਾ ਜਾਣਦਾ ਆ। ਅਸੀਂ ਸੰਕੇਤ ਰੂਪ ਵਿੱਚ ਦੱਸ ਦਿੱਤਾ, ਅਸੀਂ ਲੈ ਸਕਨੇ ਆ, ਪਰੰਤੂ ਅਸੀਂ ਗੁਰੂ ਘਰ ਦੀ ਮਰਜ਼ਾਦਾ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ। ਕਿਉਂ ਲੈਣਾ ਪ੍ਰਬੰਧ, ਕਿਉਂ ਲੈਣਾ ਦੀ ਕੋਸ਼ਿਸ਼ ਕਰਦੇ ਆ? ਕਿਉਂਕਿ ਇਹ ਨਰੈਣੂ ਵਾਲੇ ਪਾਸੇ ਨੂੰ ਤੁਰ ਪਏ ਹੋਏ ਆ। ਨਰੈਣੂ ਦੀਆਂ ਹਰਕਤਾਂ ਤੋਂ ਤੰਗ ਆ ਕੇ ਖਾਲਸਾ ਪੰਥ ਨੇ 100 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਪ੍ਰਬੰਧ ਸੌਂਪਿਆ ਸੀ, ਪਰੰਤੂ ਅੱਜ ਸ਼੍ਰੋਮਣੀ ਕਮੇਟੀ ਗਿਰਾਵਟ 'ਚ ਆ ਕੇ 100 ਸਾਲ ਪੂਰਾ ਨਹੀਂ ਕੀਤਾ, ਨਰੈਣੂ ਤੋਂ ਵੱਧ ਕੇ ਹਰਕਤਾਂ ਕਰਦੀ ਆ। ਅਸੀਂ ਗੁਰੂ ਘਰ ਦੀ ਮਰਜ਼ਾਦਾ ਨੂੰ ਤੋੜਨਾ ਨਹੀਂ ਚਾਹੁੰਦੇ। ਸੰਕੇਤ ਦੇ ਦਿੱਤਾ ਗਿਆ ਆ। ਅਗਲੀ ਮੀਟਿੰਗ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਪਿੰਡ ਦੇ ਵਿੱਚ 10 ਸਤੰਬਰ ਦਿਨ ਵੀਰਵਾਰ ਦੀ ਆ। ਸਮੂਹ ਨੌਜਵਾਨ ਆਗੂਆਂ ਨੂੰ, ਸਮੂਹ ਆਗੂ ਸਾਹਿਬਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਗੁਰੂ ਬਾਬੇ ਦੇ ਫਰਮਾਨ ਅਨੁਸਾਰ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਵਿਛਾਏ। ਸੋ ਆਪਾਂ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ, ਕਿਉਂਕਿ ਇਹ ਅੱਜ ਸਟੇਜਾਂ ਤੇ ਵਿਚਰਦੇ ਆ। ਨਰੈਣੂ ਮੰਤ ਕਿਉਂ ਆ? ਸੁੱਚਾ ਲੰਗਾ ਆਪਾਂ ਦੇਖਿਆ ਆ, ਉਹਦੀ ਜੱਗ ਜਾ ਰਿਹਾ ਨਰੈਣੂ ਮੰਤੀ, ਤੇ ਅੱਜ ਕਈ ਸੁੱਚਾ ਲੰਗਾ ਪਰਦੇ ਦੇ ਵਿੱਚ ਨਕਾਬ ਪਾ ਕੇ ਘੁੰਮ ਰਹੇ ਆ। ਇਹ ਸਾਰੀਆਂ ਗੱਲਾਂ, ਸਾਰੀਆਂ ਜਿਹੜੀਆਂ ਦੁਸ਼ਵਾਰੀਆਂ ਆ, ਇਹ ਖਾਲਸਾ ਪੰਥ ਨੂੰ ਅੱਜ ਇਕੱਤਰ ਹੋਣ ਨੂੰ ਕਹਿ ਰਹੀਆਂ ਆ। ਗੁਰੂ ਤੁਹਾਨੂੰ ਤੇ ਸਿੰਘ ਸ਼ਹੀਦ ਜਿਹੜੇ ਬਾਈਬਲ ਕਲਾਂ ਵਾਲੇ, ਉਹਨਾਂ ਦਾ ਖੂਨ ਕਹਿ ਰਿਹਾ ਵੀਰੋ ਆ ਜਾਓ, ਹੋਵੋ ਰਲ ਮਿਲ ਇਕੱਠੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਆ ਜਾਓ, ਇਕੱਠੇ ਹੋ ਚੱਲੀਏ, ਨਹੀਂ ਤਾਂ ਆਉਣ ਵਾਲੇ ਇਤਿਹਾਸ ਨੇ ਸਾਨੂੰ ਮਾਫ ਨਹੀਂ ਕਰਨਾ। ਦਰਜਾ ਬਦਰਜਾ ਪੰਥਕ ਸ਼ਖਸੀਅਤਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ। ਮੀਡੀਆ ਵਾਲੇ ਵੀਰਾਂ ਦਾ ਧੰਨਵਾਦ, ਕਿਉਂਕਿ ਵਰਦੇ ਮੀਂਹ ਵਿੱਚ ਸਾਰੀ ਸੰਗਤ ਨੇ ਇੱਕ ਪਿਆਰ ਦਾ ਸਬੂਤ ਦਿੱਤਾ ਆ। ਤੇ ਇੱਕ ਜਿਹੜੀ ਅਸੀਂ ਉਹ ਇੱਕ ਅਗਲੀ ਜਲਾਈ ਗਈ ਸੀ, ਅਸੀਂ ਜਾਂਚ ਕਮੇਟੀ ਤੇ ਇਕਬਾਲ ਸਿੰਘ, ਦੋ ਗੱਲਾਂ। ਜਾਂਚ ਕਮੇਟੀ ਦੀ ਜਿਹੜੀ ਰਿਪੋਰਟ ਤੇ ਆ ਗਈ ਤੇ ਸ਼੍ਰੋਮਣੀ ਕਮੇਟੀ ਦਾ ਅਸੀਂ ਫੈਸਲਾ ਲੋਇਆ ਆ, ਜਿਹੜੇ ਛੋਟੇ ਆਗੂਆਂ ਦੇ ਉੱਤੇ ਜਿਹੜਾ ਇਹਨਾਂ ਨੇ ਕਾਰਵਾਈ ਕੀਤੀ ਆ। ਤੇ ਜਿਹੜਾ ਸਾਨੂੰ ਲਵ ਕੁਸ਼ ਦੀ ਲਾਤ ਦੱਸਦਾ ਆ, ਉਹਨੂੰ ਵੀ ਅਸੀਂ ਇਹ ਜਿਹੜੀ ਆ ਅੱਗ ਦੇ ਹਵਾਲੇ ਕਰਕੇ ਦੱਸਿਆ ਆ ਵੀ ਖਾਲਸਾ ਪੰਥ ਇਹ ਗੱਲਾਂ ਪ੍ਰਵਾਨ ਨਹੀਂ ਕਰਦਾ। ਤੇ ਦੂਸਰੀ ਬੇਨਤੀ, ਕੀਰਤਨੀਆਂ ਸਿੰਘਾਂ ਨਾਲ ਜਿਹੜਾ ਧੱਕਾ ਹੋ ਰਿਹਾ ਆ, ਬੜੀ ਮੰਦਭਾਗੀ ਗੱਲ ਆ। ਆਉਣ ਵਾਲੇ ਦਿਨਾਂ ਨਾਲ ਉਹਨਾਂ ਵੀਰਾਂ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਬੈਠਾਂਗੇ। ਜਿੱਦਾਂ ਦੀ ਲੜਾਈ ਵੀ ਉਹ ਵੀਰ ਕਹਿੰਦੇ ਆ, ਗੁਰਮਤਾ ਹੁੰਦਾ ਆ, ਅਸੀਂ ਕੀਰਤਨੀਆਂ ਵੀਰਾਂ ਦੇ ਨਾਲ ਹਰ ਤਰ੍ਹਾਂ ਦੀ ਲੜਾਈ ਲੜਾਂਗੇ, ਕਿਉਂਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਦੀ ਹੂਕ ਆਪਾਂ ਸੋਸ਼ਲ ਮੀਡੀਆ ਤੇ ਵੇਖ ਰਹੇ ਹਾਂ। ਇੱਕ ਗੁਰੂ ਘਰ ਦੇ ਕੀਰਤਨੀਏ ਜਦੋਂ ਮਨ ਵਿਰਾਗੀ ਹੋ ਕੇ ਸਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਨੇ, ਤੇ ਜਿਹੜੇ ਅਹੁਦੇਦਾਰ ਨੇ ਉਹ ਕਈ ਤਰ੍ਹਾਂ ਦੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰਦੇ ਨੇ, ਉਹਨਾਂ ਨੂੰ ਅਸੀਂ ਮੁੱਢੋਂ ਬਿਆਨਬਾਜ਼ੀ ਨੂੰ ਰੱਦ ਕਰਦੇ ਹਾਂ। ਵਾਹਿਗੁਰੂ ਜੀ। ਸ਼੍ਰੀ ਦਰਬਾਰ ਸਾਹਿਬ ਦੇ ਤੇਜ਼ਾ ਸਮੁੰਦਰੀ ਹਾਲ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਤੇਜ਼ ਬਾਰਿਸ਼ 'ਚ ਰੋਸ ਨੁਮਾਇਸ਼ ਕੀਤੀ ਗਈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰੂਪ ਸਿੰਘ ਆਪਣਾ ਅਸਤੀਫਾ ਦੇ ਰਿਹਾ, ਉਹ ਵੀ ਗੁਨੇਗਾਰ ਹੈ ਤੇ ਉਸ ਦਾ ਅਸਤੀਫਾ ਲੈਣ ਵਾਲੇ ਵੀ ਗੁਨੇਗਾਰ ਨੇ, ਕਿਉਂਕਿ ਉਹ ਉਸ ਨੂੰ ਬਚਾ ਰਹੇ ਨੇ। ਉਸ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਜਿਹੜੇ ਦਫ਼ਤਰ ਨੇ ਸਮੁੰਦਰੀ ਹਾਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ, ਇਹ ਸਾਨੂੰ ਤਾਂ ਕਰਨਾ ਪੈਗਾ, ਇਹਨਾਂ ਲੋਕਾਂ ਨੇ ਕਰਵਾਇਆ ਹੈ ਜਿਹੜੇ ਅੰਦਰ ਬਾਦਲ ਦੇ ਕਹਿਣ ਦੇ ਨਾਲ ਡਿਊਟੀਆਂ ਕਰ ਰਹੇ ਨੇ ਤੇ ਬਾਦਲ ਦੇ ਕਹਿਣ ਦੇ ਨਾਲ ਬੋਲ ਰਹੇ ਨੇ। ਜੋ ਰੂਪ ਸਿੰਘ ਸਕੱਤਰ ਆਪਣਾ ਅਸਤੀਫਾ ਦੇ ਰਿਹਾ ਹੈ, ਉਹ ਤਾਂ ਦੇ ਰਿਹਾ ਹੈ ਕਿ ਚੋਰ ਹੈ ਪਹਿਲਾ 1 ਨੰਬਰ ਦਾ, ਫਿਰ ਅਸਤੀਫਾ ਲੈਣ ਵਾਲੇ ਵੀ ਉਹਦੇ ਨਾਲ ਰਲੇ ਹੋਏ ਨੇ। ਅਸੀਂ ਇਹ ਚੀਜ਼ਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਗੁਰਬਾਣੀ ਗੁਟਕਾ ਸਾਹਿਬ ਦਾ ਨਰਾਦਰ ਕਰਨ ਵਾਲੇ ਤੇ 295 ਧਾਰਾ ਲੱਗਦੀ ਹੈ। ਇੱਥੇ 450 ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਬੱਸ ਕੰਟੇਨਰ ਦੇ ਵਿੱਚ ਭੇਜਣੇ, ਕਿਉਂਕਿ ਕੰਟੇਨਰ ਦੇ ਵਿੱਚ ਮਾਸ ਮੀਟ ਸ਼ਰਾਬ ਦਾ ਦੌਰ ਵੀ ਪੂਰਾ ਚੱਲਦਾ ਹੈ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਘਰ ਲੈ ਕੇ ਜਾਣਾ ਹੋਵੇ ਤੇ 5 ਸਿੰਘ ਹਾਜ਼ਰ ਹੋਣੇ ਚਾਹੀਦੇ ਨੇ। 2-3 ਹੋਣ ਤਾਂ ਉਹਨਾਂ ਨੂੰ ਤਲਬ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਕਰ ਸਕਦਾ ਹੈ, ਪਰ ਇਹਨਾਂ ਨੇ 450 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕੈਨੇਡਾ ਦੇ ਵਿੱਚ ਭੇਜਿਆ ਗਿਆ ਸੀ, ਉਹ ਸਾਰੇ ਜਿੰਨੇ ਇਹਨਾਂ ਦੇ ਨਾਲ ਮੁਲਾਜ਼ਮ ਨੇ
ਸੇਵਾਦਾਰ ਨੇ ਜਿਨ੍ਹਾਂ ਦਾ ਹੱਥ ਹੈ ਪੈਸਿਆਂ ਦੀ ਖਾਤਰ ਇਹ ਕੰਮ ਕੀਤਾ ਹੈ, ਉਹਨਾਂ ਨੂੰ ਤੁਰੰਤ ਫਾਂਸੀ ਲਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸ੍ਰੀ ਦਰਬਾਰ ਸਾਹਿਬ ਦੀ ਤਰਜ਼ ਤੇ ਮਸਤੂਮਾਣਾ ਸਾਹਿਬ ਵਿਖੇ ਬਣ ਰਹੀ ਗੁਰੂ ਘਰ ਦੀ ਇਮਾਰਤ 'ਚ ਅਕਾਲ ਤਖਤ ਸਾਹਿਬ ਦੇ ਆਦੇਸ਼ ਮਗਰੋਂ ਵੀ 11 ਸਾਲ ਬੀਤ ਜਾਣ ਦੇ ਬਾਅਦ ਤਬਦੀਲੀ ਨਾ ਕਰਨ ਕਰਕੇ ਟਰੱਸਟ ਪ੍ਰਬੰਧਕ ਸੁਖਦੇਵ ਸਿੰਘ ਢੀਂਡਸਾ ਖਿਲਾਫ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਪੱਤਰ ਦਿੱਤਾ ਅਤੇ ਢੀਂਡਸਾ ਨੂੰ ਤਲਬ ਕਰਨ ਦੀ ਮੰਗ ਕੀਤੀ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਸੀਂ ਮਸਤੂਆਣਾ ਸਾਹਿਬ ਜਿਹੜਾ ਸਾਡੇ ਸੰਗਰੂਰ ਦੇ ਵਿੱਚ ਸਥਾਪਿਤ ਹੈ, ਸੰਤ ਬਾਬਾ ਅਤਰ ਸਿੰਘ ਜੀ ਦਾ ਬਹੁਤ ਮਹਾਨ ਸਥਾਨ ਹੈ, ਉਸ ਸਥਾਨ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਬਰਾਬਰੀ ਉੱਥੇ ਗੁਰਦੁਆਰਾ ਦਰਬਾਰ ਸਾਹਿਬ ਵਰਗਾ ਬਣਾਇਆ ਜਾ ਰਿਹਾ। ਅਸੀਂ 2009 ਦੇ ਵਿੱਚ ਸੰਗਤੀ ਰੂਪ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਸ਼ਿਕਾਇਤ ਦਿੱਤੀ ਸੀ ਵੀ ਮਸਤੂਆਣਾ ਬਣ ਰਿਹਾ ਜਿਹੜਾ ਗੁਰਦੁਆਰਾ ਹੈ ਉਹਦੀ ਜਿਹੜੀ ਤਾਲਮੇਲ ਹੈ, ਉਹਦਾ ਜਿਹੜਾ ਮੇਲ ਹੈ, ਉਹਦੀ ਦਿੱਖ ਹੈਗੀ ਜਿਹੜੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਕਰਦੀ ਹੈ। ਤੇ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦਰਜਾ ਬਦਰਜਾ 5-6 ਕਮੇਟੀਆਂ ਬਣਾਈਆਂ, ਜਿਹਨਾਂ ਨੇ ਉੱਥੇ ਜਾ ਕੇ ਬਕਾਇਦਾ ਸ਼ਨਾਖਤ ਕੀਤੀ। ਸ਼ਨਾਖਤ ਕਰਨ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਦਿੱਤੀ ਕਿ ਵਾਕਿਆ ਹੀ ਹੂਬਹੂ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਇਹ ਨਕਲ ਹੈ। ਤੇ ਉਦੋਂ 20/6/2009 ਨੂੰ ਜੂਨ 2009 'ਚ ਅਕਾਲ ਤਖਤ ਸਾਹਿਬ ਨੇ ਸਿੱਖ ਬੁੱਧੀਜੀਵੀਆਂ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਕਾਲ ਕਰਕੇ ਉਹ ਜੋ ਸਾਰੇ ਦਸਤਾਵੇਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਤੇ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਨੇ ਇੱਕ ਆਦੇਸ਼ ਜਾਰੀ ਕਰ ਦਿੱਤਾ ਕਿ ਇਹ ਜਿਹੜਾ ਮਸਤੂਆਣੇ ਬਣ ਰਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਉਹ ਦਰਬਾਰ ਸਾਹਿਬ ਦੇ ਨਾਲ ਹੂ ਮੇਲ ਖਾਂਦੀ ਹੈ ਤੇ ਇਸ ਦੇ ਲਈ ਇਹਦੇ 'ਚ ਅਮੈਂਡਮੈਂਟਾਂ ਦੇ ਇਹਦੇ 'ਚ ਤਬਦੀਲੀਆਂ ਕਰਨ ਦਾ ਆਦੇਸ਼ ਦਿੱਤਾ ਜਾਂਦਾ ਸਮੇਂ ਉੱਥੇ ਦੇ ਪ੍ਰਬੰਧਕਾਂ ਨੂੰ। ਤੇ ਸ਼੍ਰੋਮਣੀ ਕਮੇਟੀ ਦੀ ਡਿਊਟੀ ਲਾਈ ਤੀ ਉਸ ਟਾਈਮ ਵੀ ਇਹ ਸਾਰੇ ਨੂੰ ਤਬਦੀਲੀਆਂ ਕਰਨ ਦੇ ਲਈ ਤੁਹਾਡੀ ਜ਼ਿੰਮੇਵਾਰੀ ਹੈ। ਲਾਸਟ ਲਾਈਨ ਤੀ ਹੁਕਮਨਾਮੇ ਦੀ ਆਦੇਸ਼ ਦੀ ਵੀ ਤੁਸੀਂ ਕਰਾਉਣ ਦੀ ਜ਼ਿੰਮੇਵਾਰੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਈ ਜਾਂਦੀ ਹੈ। ਲੇਕਿਨ ਢੀਂਡਸਾ ਸਾਹਿਬ ਦਾ ਬਾਦਲਾਂ ਦੇ ਉੱਤੇ ਰਾਸੀ ਪ੍ਰਭਾਵ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ ਜਿਹੜੀ ਉਹ ਉੱਥੇ ਕਿਤੇ ਨਾ ਕਿਤੇ ਚੁੱਪ ਕਰਦੀ ਸੀ, ਜਿਹੜੀ ਬਹੁਤ ਹੀ ਨਿੰਦਣਯੋਗ ਸ਼੍ਰੋਮਣੀ ਕਮੇਟੀ ਦਾ ਇੱਕ ਢਿੱਲ ਮੱਠ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੀਗਾ। ਤੇ ਲੇਕਿਨ ਦਾਸ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਦੀ ਜਿਹੜੀ ਮੈਂ ਇੱਕ ਧਾਰਮਿਕ ਤੌਰ ਤੇ ਪਰਪੱਕ ਆਦਮੀ ਆ, ਰਾਜਨੀਤਿਕ ਤੌਰ ਤੇ ਮੇਰੀ ਉਨੀ ਪਰਪੱਕਤਾ ਸ਼ਾਇਦ ਨਾ ਹੋਵੇ, ਮੈਂ ਦਰਬਾਰ ਸਾਹਿਬ ਦੀ ਨਕਲ ਬਰਦਾਸ਼ਤ ਨਹੀਂ ਕਰਾਂਗਾ। ਮੈਂ ਬਹੁਤ ਵਾਰੀ ਭੁੱਖ ਹੜਤਾਲ ਕੀਤੀ, ਧਰਨੇ ਲਾਏ, ਇੱਥੋਂ ਤੱਕ ਕਿ ਮੈਂ ਦਰਬਾਰ ਸਾਹਿਬ ਤੇਜਾ ਸਿੰਘ ਸਮੁੰਦਰੀ ਹਾਲ ਦੇ ਇਸ ਵਾਰੀ ਹੋਈ ਜਿਹੜੀ ਚੋਣ ਹੈ, ਪਿਛਲੀ ਚੋਣ ਹੋਈ ਹੈ, ਮੈਂ ਉੱਥੇ ਵੀ ਧਰਨਾ ਲਾਇਆ ਸੀ। ਇਹ ਮੇਰੀ ਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਵੀ ਇਹਦੀ ਸਾਰੀ ਵੈਰੀਫਿਕੇਸ਼ਨ ਕਰਨੀ ਹੈ। ਮੈਂ ਇਹਨੂੰ ਬਰਦਾਸ਼ਤ ਤੋਂ ਬਾਹਰ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਨਕਲ ਹੈ ਉਹ ਨਹੀਂ ਹੋ ਸਕਦੀ। ਅੱਜ ਤੁਸੀਂ ਮਿਲੇ ਹੋ, ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਹੈਗੀ, ਕਿਸ ਤਰ੍ਹਾਂ ਦਾ ਭਰੋਸਾ ਤੁਹਾਨੂੰ ਮਿਲਿਆ? ਸਿੰਘ ਸਾਹਿਬ ਨੇ ਬੜੇ ਸੀਰੀਅਸ ਮਾਹੌਲ ਦੇ ਵਿੱਚ ਲਿਆ ਤੇ ਦਾਸ ਨੇ ਇੱਕ ਗੱਲ ਬੜੀ ਕਲੀਅਰ ਕੀਤੀ ਹੈ ਵੀ ਤੁਸੀਂ ਮੈਂ ਕਹਿੰਦਾ ਨਹੀਂ ਸੀ ਚੰਗਾ ਲੱਗਦਾ ਕਿਉਂਕਿ ਵੱਡੇ ਨੇ, ਰੁਤਬਾ ਵੱਡਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵੱਡਾ ਰੁਤਬਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜੇ ਢੀਂਡਸਾ ਸਾਹਿਬ ਇਸ ਗੱਲ ਦੇ ਲਈ ਹਾਈ ਕੋਰਟ ਦੇ ਵਿੱਚ ਗਏ ਨੇ, ਸ਼੍ਰੋਮਣੀ ਕਮੇਟੀ ਨੂੰ ਵੀ ਗੁਰਦੁਆਰਾ ਦੇਣਾ ਨਹੀਂ ਜਿੱਤੀ ਹੋਈ ਨੂੰ, ਤਾਂ ਸ਼੍ਰੋਮਣੀ ਕਮੇਟੀ ਦੇ ਵਰਖਿਲਾਫ ਪ੍ਰਚਾਰ ਕਰਦੇ ਨੇ, ਉਹਨਾਂ ਨੇ ਇਸ ਗੱਲ ਨੂੰ ਬਹੁਤ ਸੀਰੀਅਸ ਲਿਆ। ਤੇ ਦੂਜੀ ਗੱਲ ਵੱਡੀ ਸੀਰੀਅਸ ਵਾਲੀ ਸੀਗੀ ਵੀ ਉੱਥੇ ਇੱਕ ਕਾਊਂਟਰ ਲੱਗੇ ਆ, ਸੜਕ ਦੇ ਉੱਤੇ 2 ਕਾਊਂਟਰ ਲੱਗੇ ਨੇ ਜਿਹਨੂੰ ਕੜਾਹ ਪ੍ਰਸ਼ਾਦ ਕਹਿ ਕੇ ਵੇਚਿਆ ਜਾਂਦਾ, ਲੇਕਿਨ ਉਹ ਕੜਾਹ ਹੈ ਕਿਉਂਕਿ ਪ੍ਰਸ਼ਾਦ ਉਦੋਂ ਹੁੰਦਾ ਜਦੋਂ ਮਹਾਰਾਜ ਦੇ ਤਾਬੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਚਲਾ ਜਾਂਦਾ। ਆਪਾਂ ਦੇਖ ਲੈਂਦੇ ਹਾਂ ਕਾਊਂਟਰ ਤੋਂ ਲਈ ਅੰਦਰ ਮੱਥਾ ਟੇਕਦੇ ਆ ਤੇ ਉਸ ਤੋਂ ਬਾਅਦ ਉਹ ਪ੍ਰਸ਼ਾਦ ਬਣਦਾ ਮੰਨਿਆ ਜਾਂਦਾ। ਲੇਕਿਨ ਉਹ ਸੜਕ ਦੇ ਉੱਤੇ ਜਿਹੜੇ ਕਾਊਂਟਰ ਲੱਗੇ ਨੇ ਉਹ ਤੇ ਮੈਂ ਸ਼ਾਇਦ ਝੂਠ ਨਾ ਬੋਲਾਂ ਵੀ 50,000 ਰੁਪਏ ਦਾ ਰੋਜ਼ਾਨਾ ਕੜਾਹ ਵਿਕਦਾ ਉੱਥੇ। ਮੈਂ ਸਿੰਘ ਸਾਹਿਬ ਦੇ ਇਹ ਨੋਟਿਸ 'ਚ ਲੈ ਕੇ ਆਇਆ ਗਾ, ਮੈਂ ਆਪਣੀ ਵੀਡੀਓ ਦੇ ਕੇ ਆਇਆ ਜਥੇਦਾਰ ਜੀ ਨੂੰ ਵੀ ਮੈਂ ਜੁੱਤੀਆਂ ਸਮੇਤ ਉਸ ਕਾਊਂਟਰ ਦੇ ਉੱਤੋਂ ਕੜਾਹ ਲੈ ਰਿਹਾ। ਮੇਰੇ ਪਿੱਛੇ ਖੜੇ ਲੋਕ ਨੇ ਜਿਹੜੇ ਜਿਵੇਂ ਤੁਸੀਂ ਕੋਈ ਹਿੰਦੂ ਭਰਾ ਨੇ ਜਿਹੜੇ ਜਾਂ ਆਸਥਾ ਵਾਲੇ ਲੋਕ ਨੇ ਜਿਨ੍ਹਾਂ ਨੇ ਵਾਲ ਕੱਟੇ ਹੋਏ ਨੇ, ਚਾਹੇ ਉਹ ਸਿੱਖ ਵੀ ਕਿਉਂ ਨਾ ਹੋਣ, ਉਹ ਜੁੱਤੀਆਂ ਸਮੇਤ ਤੇ ਬਿਨਾਂ ਰੁਮਾਲ ਬੰਨੇ ਉੱਥੋਂ ਕੜਾਹ ਲੈ ਰਹੇ ਨੇ। ਇਹ ਗੱਲ ਬਹੁਤ ਵੱਡੀ ਅਬਕਿਆ ਤੇ ਇਹ ਗੱਲਾਂ ਸਾਰੀਆਂ ਅੱਜ ਸਿੰਘ ਸਾਹਿਬ ਦੇ ਨੋਟਿਸ ਮੈਂ ਲਿਖਤੀ ਰੂਪ ਦੇ ਵਿੱਚ ਦੇ ਕੇ ਆਇਆ ਵੀ ਇਹ ਗੱਲਾਂ ਅਕਾਲ ਤਖਤ ਸਾਹਿਬ ਤੇ ਪਹਿਲਾਂ 6 ਜੂਨ ਨੂੰ ਅਸੀਂ ਕਹਿ ਕੇ ਵੀ ਇਹਨੂੰ ਢੀਂਡਸਾ ਸਾਹਿਬ ਨੂੰ ਤਲਬ ਕਰੋ, ਤਲਬ ਕਰਕੇ ਇਹਨਾਂ ਸਾਰੀਆਂ ਗੱਲਾਂ ਦਾ ਇਹਨੂੰ ਅਕਾਲ ਤਖਤ ਸਾਹਿਬ ਤੇ ਜਵਾਬ ਮੰਗੋ। ਜੇ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਕਰਦਾ ਹੈ ਤਾਂ ਇਹਨੂੰ ਤਲਬ ਕਿਉਂ ਨਹੀਂ ਕਰਦੇ? ਸਿੰਘ ਸਾਹਿਬ ਨੇ ਬੜੀ ਗੰਭੀਰਤਾ ਨਾਲ ਇਹਨਾਂ ਦੋਨਾਂ ਗੱਲਾਂ ਨੂੰ ਲਿਆ ਵੀ ਬਹੁਤ ਮਾੜੀ ਗੱਲ ਹੈ। ਪਰਸ਼ੋਤਮ ਜੀ ਸਾਨੂੰ ਤਾਂ ਇਹ ਸੀਗਾ
ਵੀ ਉੱਥੇ ਦੇ ਇਲਾਕੇ ਦੇ ਲੋਕ ਜੇ ਵਿਧਾਨ ਉਹ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਖੜਾ, ਜੇ ਮੈਂ ਕਹਾਂ ਵੀ ਮੈਂ ਦਰਬਾਰ ਸਾਹਿਬ 'ਚ ਇੱਦਾਂ ਹੀ ਜਾਊਂਗਾ, ਮੈਂ ਤਾਂ ਜੁੱਤੀ ਉਤਾਰਦਾ ਨਹੀਂ, ਮੈਂ ਤਾਂ ਜਰਾਬਾਂ ਉਤਾਰਦਾ ਨਹੀਂ, ਕੀ ਰਾਈਟ ਆ ਮੈਂ ਸਿੱਖ ਥੋੜੂ ਜਾ? ਵੀ ਤੁਸੀਂ ਢੀਂਡਸਾ ਸਾਹਿਬ ਨੂੰ ਇਸ ਗੱਲ ਤੇ ਤਲਬ ਕਰੋ, ਸਾਡੀ ਮੁੱਖ ਗੱਲ ਸੀ। ਠੀਕ ਹੈ। ਸ਼ਰਮਨਾਕ ਘਟਨਾ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਮੌਕੇ ਗੋਇੰਦਵਾਲ ਸਾਹਿਬ ਵਿਖੇ ਵਾਪਰੀ, ਜਿੱਥੇ ਐਸਜੀਪੀਸੀ ਮੁਲਾਜ਼ਮ ਅਤੇ ਪੁਲਿਸ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ। ਪੁਲਿਸ ਵੱਲੋਂ ਇੱਕ ਅਪਾਹਿਜ ਬੱਚੇ ਨਾਲ ਬੁਰਾ ਸਲੂਕ ਕੀਤਾ ਗਿਆ। ਜਦੋਂ ਇੱਕ ਗੁਰਸਿੱਖ ਬੀਬੀ ਨੇ ਇਤਰਾਜ਼ ਜਤਾਇਆ ਤਾਂ ਪੁਲਿਸ ਅਤੇ ਐਸਜੀਪੀਸੀ ਮੈਂਬਰਾਂ ਨੇ ਗੁਰਸਿੱਖ ਬੀਬੀ ਅਤੇ ਉਹਨਾਂ ਦੇ ਸਾਥੀਆਂ ਨਾਲ ਕੁੱਟਮਾਰ ਕੀਤੀ। ਦੇਖੋ ਪੂਰਾ ਮਾਮਲਾ। ਚਾਹੇ ਹੋਵੇ ਕੋਈ ਨਾਕਾ, ਚਾਹੇ ਹੋਵੇ ਥਾਣਾ, ਪੁਲਿਸ ਆਪਣੀ ਡੌਨਗਿਰੀ ਦਿਖਾਉਣ ਤੋਂ ਬਾਜ ਨਹੀਂ ਆਉਂਦੀ। ਹੁਣ ਤਾਂ ਨੌਬਤ ਇਹ ਆ ਚੁੱਕੀ ਹੈ ਕਿ ਕੈਪਟਨ ਸਾਹਿਬ ਦੀ ਪੁਲਿਸ ਹੁਣ ਗੁਰੂ ਘਰਾਂ 'ਚ ਗੁਰੂ ਦੀ ਸਿੱਖ ਸੰਗਤ ਤੇ ਵੀ ਆਪਣੀ ਡੌਨਗਿਰੀ ਝਾੜ ਰਹੀ ਹੈ। ਜੀ ਹਾਂ, ਬੀਤੇ ਦਿਨੀ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੋਇੰਦਵਾਲ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਪੁਲਿਸ ਨੇ ਇੱਕ ਗੁਰਸਿੱਖ ਬੀਬੀ ਨੂੰ ਥੱਪੜ ਮਾਰਿਆ ਤੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਉਸ ਦਾ ਕਸੂਰ ਕੀ ਸੀ ਤੇ ਕਿਉਂ ਉਸ ਨੂੰ ਕੁੱਟਿਆ ਮਾਰਿਆ ਗਿਆ, ਆਓ ਦੇਖਦੇ ਹਾਂ। ਅੱਜ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿਉਂਕਿ ਅਸੀਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਸੀਗਾ। ਜੋਤੀ ਜੋਤ ਦਿਵਸ ਸੀ ਗੁਰੂ ਅਮਰਦਾਸ ਜੀ ਦਾ। ਅਸੀਂ ਉੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਘਰ ਗੁਰੂ ਗੋਇੰਦਵਾਲ ਸਾਹਿਬ ਪਹੁੰਚੇ ਸੀਗੇ। ਜਦ ਅਸੀਂ ਨਤਮਸਤਕ ਹੋ ਕੇ ਬਾਹਰ ਆਏ ਹਾਂ ਦਰਸ਼ਨੀ ਡਿਓੜੀ ਦੇ ਕੋਲ ਆਪਣੇ ਜੋੜੇ ਪਾ ਕੇ, ਤੇ ਕੁਛ ਅਸੀਂ ਆਪਣਾ ਸਮਾਨ ਲੈਣ ਵਾਸਤੇ ਬਾਜ਼ਾਰ ਵੱਲ ਨੂੰ ਨਿਕਲੇ ਹਾਂ, ਜਿੱਥੇ ਉਹ ਦੁਕਾਨਾਂ ਬਾਹਰਲੀ ਸਾਈਡ ਤੇ ਲੱਗੀਆਂ ਹੋਈਆਂ ਨੇ। ਇੱਕ ਐਸਐਚਓ ਜਿਹੜਾ ਮੌਜੂਦਾ ਐਸਐਚਓ ਹਰਵਿੰਦਰ ਸਿੰਘ ਆ, ਉਹ ਗੋਇੰਦਵਾਲ ਸਾਹਿਬ ਦਾ ਮਤਲਬ ਉੱਥੇ ਜਿਹੜਾ ਇੱਕ ਗੁਬਾਰੇ ਵੇਚ ਰਿਹਾ ਸੀ, ਅਪਾਹਜ ਸੀਗਾ ਤੇ ਦੋਨਾਂ ਲੱਤਾਂ ਤੋਂ ਜਿਹੜਾ ਉਹਨੂੰ ਪੋਲੀਓ ਹੋਇਆ ਸੀਗਾ ਤੇ ਆਪਣੇ ਹੱਥਾਂ ਦੇ ਨਾਲ ਅੱਗੇ ਪਿੱਛੇ ਘਿਸੜ ਰਿਹਾ ਸੀ। ਉਹਦੇ ਡੰਡੇ ਮਾਰ ਰਿਹਾ ਸੀਗਾ ਤੇ ਉਹਨੂੰ ਜਿਹੜਾ ਉਹਦੇ ਗੁਬਾਰੇ ਫਾੜੇ ਉਹਨੇ। ਇਸ ਚੀਜ਼ ਦਾ ਮੈਂ ਵਿਰੋਧ ਕੀਤਾ ਤਾਂ ਉਹਨੇ ਮੇਰੀ ਗੱਲ ਉੱਥੋਂ ਅਣਸੁਣੀ ਕਰਕੇ ਉੱਥੋਂ ਚਲਾ ਗਿਆ। ਇਹ ਸਾਰਾ ਵਾਕਿਆ ਮੈਂ ਡੀਐਸਪੀ ਸਾਹਿਬ ਨੂੰ ਦੱਸਿਆ, ਮੌਜੂਦਾ ਜਿਹੜੇ ਡੀਐਸਪੀ ਸਾਹਿਬ ਨੇ, ਕਿ ਡੀਐਸਪੀ ਸਾਹਿਬ ਇਸ ਤਰ੍ਹਾਂ ਕਰਕੇ ਤੁਹਾਡੇ ਮੁਲਾਜ਼ਮਾਂ ਨੇ ਇੱਕ ਅਪਾਹਜ ਦੇ ਮਾਰਿਆ ਆ। ਤੇ ਡੀਐਸਪੀ ਸਾਹਿਬ ਕਹਿੰਦੇ ਕਿ ਮੈਂ ਖੁਦ ਆ ਰਿਹਾ ਆ। ਡੀਐਸਪੀ ਸਾਹਿਬ ਉੱਥੇ ਖੁਦ ਨਹੀਂ ਪਹੁੰਚੇ। ਥੋੜੀ ਦੇਰ ਬਾਅਦ ਉੱਥੇ ਐਸਐਚਓ ਆਇਆ, ਬੜੇ ਹੀ ਗੁੱਸੇ ਨਾਲ ਆਇਆ। ਜਦੋਂ ਆਇਆ ਤਾਂ ਉਹਨੇ ਫਿਰ ਉਹਦਾ ਰਵੱਈਆ ਜਿਹੜਾ ਸੀਗਾ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਜਿਹੜਾ ਰਵੱਈਆ ਉਹਦਾ ਗਲਤ ਸੀਗਾ। ਉਹਨੇ ਆਂਦੇ ਹੀ ਉੱਥੇ ਉਹਨੂੰ ਜਿਹੜਾ ਅੰਗਹੀਣ ਸੀਗਾ ਉਹਦੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਤੇ ਮੇਰੇ ਕਹਿਣ ਤੇ ਕਿ ਮੈਂ ਵੀਰ ਜੀ ਤੁਸੀਂ ਇੱਦਾਂ ਆਰਾਮ ਨਾਲ ਗੱਲ ਕਰੋ, ਵੀ ਤੁਸੀਂ ਇੱਦਾਂ ਗਾਲੀ ਗਲੋਚ ਨਾ ਕਰੋ, ਤੁਸੀਂ ਗੁਰੂ ਘਰ 'ਚ ਖੜੇ। ਉਹਨੇ ਮੈਨੂੰ ਵੀ ਗਾਲ ਕੱਢ ਕੇ ਤੇ ਕਹਿੰਦਾ ਜਾ ਤੂੰ ਜੋ ਹੁੰਦਾ ਤੇਰੇ ਕੋਲ ਕਰ ਲਾ। ਤੇ ਤੂੰ ਕਿੱਥੇ ਦੀ ਆ? ਕਹਿੰਦਾ ਤੂੰ ਕੌਣ ਹੈ? ਮੈਂ ਦੱਸਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨਕੋਦਰ ਸਰਕਲ ਤੋਂ ਆ। ਤੇ ਮੈਨੂੰ ਕਹਿੰਦਾ ਜਾ ਫਿਰ ਤੇਰੇ ਤੋਂ ਜੋ ਹੁੰਦਾ ਤੂੰ ਕਰ ਲਾ। ਜਦੋਂ ਇੰਨੀ ਗੱਲ ਉਹਨੇ ਮੈਨੂੰ ਗਾਲ ਕੱਢ ਕੇ ਕਹੀ ਤੇ ਮੈਂ ਉਹਨੂੰ ਕਿਹਾ ਕਿ ਤੂੰ ਇੱਕ ਗੁਰੂ ਘਰ ਦੇ ਵਿੱਚ ਖੜਾ ਹੈ, ਇੱਕ ਗੁਰਸਿੱਖ ਬੀਬੀ ਨੂੰ ਤੂੰ ਗਾਲ ਕੱਢ ਰਿਹਾ ਹੈ ਤੇ ਮੈਂ ਇਸ ਬਾਰੇ 'ਚ ਡਿਪਟੀ ਸਾਹਿਬ ਨੂੰ ਕੰਪਲੇਂਟ ਕਰਦੀ, ਐਸਐਸਪੀ ਸਾਹਿਬ ਨੂੰ ਫੋਨ ਕਰਦੀ ਹਾਂ। ਤੇ ਮੈਂ ਦਰਸ਼ਨੀ ਡਿਓੜੀ ਦੀ ਸਾਈਡ ਤੇ ਹੀ ਬੈਠ ਗਈ। ਉਹਨੇ ਐਸਐਚਓ ਨੇ ਇੱਕ ਸਾਈਡ ਤੇ ਜਾ ਕੇ ਅੰਦਰੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੂੰ ਫੋਨ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਤੇ ਨਾਲ ਪ੍ਰਸ਼ਾਸਨ ਦੋਨਾਂ ਦੀ ਮਿਲੀ ਭੁਗਤ ਦੇ ਨਾਲ ਆਣ ਕੇ ਉਹਨਾਂ ਨੇ ਮੇਰੇ ਤੋਂ ਕੋਈ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੋਈ ਸਵਾਲ ਨਹੀਂ ਪੁੱਛਿਆ ਕਿ ਬੀਬੀ ਤੁਸੀਂ ਇੱਥੇ ਕਿਸ ਤਰ੍ਹਾਂ ਬੈਠੇ ਹੋ ਜਾਂ ਕੀ ਗੱਲ ਹੋਈ ਹੈ ਜਾਂ ਕੀ ਨਹੀਂ ਹੋਇਆ। ਉਹਨਾਂ ਨੇ ਆਉਂਦੇ ਹੀ ਮੇਰੇ ਠੁੱਡੇ ਮਾਰ ਕੇ ਤੇ ਮੇਰੇ ਥੱਪੜ ਮਾਰੇ, ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ। ਮੇਰੇ ਨਾਲ ਭਾਈ ਪ੍ਰਭਜੋਤ ਸਿੰਘ ਸੀਗੇ, ਭਾਈ ਗਗਨਦੀਪ ਸਿੰਘ ਜੀ ਸੀਗੇ, ਭਾਈ ਪਰਮਿੰਦਰ ਸਿੰਘ ਸੀਗੇ ਤੇ ਸਾਡੇ ਜਿਹੜੇ ਫੋਨ ਵੀ ਖੋਲ੍ਹ ਲਏ ਤੇ ਕਕਾਰਾਂ ਦੀ ਵੀ ਜਿਹੜੀ ਸਾਡੀ ਬੇਅਦਬੀ ਹੋਈ। ਇੱਕ ਸਾਡੇ ਕੋਲ ਪ੍ਰੂਫ ਸੀਗਾ ਜਿਹੜਾ ਫੋਨ ਦੇ ਵਿੱਚ ਜਿਹੜਾ ਸਾਰੀ ਘਟਨਾ ਦਾ ਜਿਹੜਾ ਅਸੀਂ ਬਣਾਇਆ ਸੀਗਾ ਪ੍ਰੂਫ, ਉਹ ਜਿਹੜਾ ਫੋਨ ਸੀ ਉਹਨਾਂ ਨੇ ਸਾਡਾ ਖੋਹ ਕੇ ਤੇ ਉਹਦੇ ਵਿੱਚੋਂ ਵੀਡੀਓ ਡਿਲੀਟ ਕਰਕੇ ਡਿਪਟੀ ਸਾਹਿਬ ਨੂੰ ਫੋਨ ਦੇ ਦਿੱਤਾ ਤੇ ਅਸੀਂ ਉਹ ਫੋਨ ਜਾ ਕੇ ਉੱਥੋਂ ਡਿਪਟੀ ਸਾਹਿਬ ਤੋਂ ਜਾ ਕੇ ਉਹ ਫੋਨ ਲਿਆ। ਡਿਪਟੀ ਸਾਹਿਬ ਨੂੰ ਅਸੀਂ ਇੱਕ ਦਰਖਾਸਤ ਵੀ ਦੇ ਕੇ ਆਏ ਹਾਂ, ਪਰ ਉਹਨਾਂ ਨੇ ਜਿਸ ਤਰ੍ਹਾਂ ਕਹਿ ਦਈ ਹੈ ਵੀ ਗਲੋਂ ਬਲਾਮਾ ਲਾਉਣ ਵਾਲੀ ਗੱਲ ਕੀਤੀ ਸਾਨੂੰ। ਉੱਥੋਂ ਸਾਡੀ ਦਰਖਾਸਤ ਉਹਨਾਂ ਨੇ ਖੁਦ ਨਹੀਂ ਫੜੀ, ਰੀਡਰ ਸਾਹਿਬ ਨੂੰ ਕਹਿ ਦਿੱਤਾ ਕਿ ਤੁਸੀਂ ਜਾ ਕੇ ਦਰਖਾਸਤ ਪੜ੍ਹ ਲਓ, ਸਾਡੇ ਨਾਲ ਮਿਲੇ। ਜਿਸ ਬਾਬਤ ਗੁਰਸਿੱਖ ਬੀਬੀ ਤੇ ਉਸਦੇ ਸਾਥੀ ਸ਼੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਮੁਲਾਜ਼ਮਾਂ ਦੇ ਖਿਲਾਫ ਮੰਗ ਪੱਤਰ ਦੇਣ ਲਈ ਜਥੇਦਾਰ ਨੂੰ ਮਿਲ ਪਹੁੰਚੇ। ਪੀੜਤਾ ਨਾਲ ਉਹਨਾਂ ਦਾ ਇੱਕ ਹੋਰ ਸਾਥੀ ਆਇਆ ਜਿਸ ਨਾਲ ਉਸ ਸਮੇਂ ਬਦਸਲੂਕੀ ਹੋਈ ਸੀ। ਉਹਨਾਂ ਨੇ ਇਸ ਮਾਮਲੇ 'ਚ ਕੀ ਕਿਹਾ ਦੇਖੋ। ਦਾਸ ਭਾਈ ਗਗਨਦੀਪ ਸਿੰਘ ਨਕੋਦਰ ਤੋਂ ਮੰਗ ਪੱਤਰ ਅਸੀਂ ਦਿੱਤਾ ਜੀ। ਜੋਤੀ ਜੋਤ ਸਮਾਏ ਗੁਰੂ ਅਮਰਦਾਸ ਮਹਾਰਾਜ ਦਾ ਜੋ ਜੋੜ ਮੇਲਾ ਸੀ ਉੱਥੇ ਤੇ ਦਰਸ਼ਨ ਮੇਲਿਆਂ ਨੂੰ ਆਏ ਸੀਗੇ, ਪਰ ਉੱਥੇ ਜਦੋਂ ਇੱਕ ਗਰੀਬ ਅੰਗਹੀਣ ਬੰਦੇ ਨਾਲ ਅਸੀਂ ਧੱਕਾ ਹੁੰਦਾ ਵੇਖਿਆ ਤੇ ਸਾਡੇ ਭੈਣ ਜੀ ਨੇ ਉਹ ਐਸਐਚਓ ਨੂੰ ਕਿਹਾ ਵੀ ਤੂੰ ਇਹਨੂੰ ਮਾਰ ਰਿਹਾ, ਇਹਦੇ ਪਕਾਨੇ ਪਾੜ ਰਿਹਾ, ਤੂੰ ਗਰੀਬ ਬੰਦਾ ਆਪਣੀ ਰੋਟੀ ਕਮਾ ਕੇ ਖਾਣ ਦਿਆ ਤੇ ਇਹਨੂੰ ਖਾਣ ਦੇ। ਤੇ ਉਹ ਕਹਿੰਦਾ ਜਾਓ ਤੁਸੀਂ ਜੋ ਕਰਨਾ ਕਰ ਲਓ। ਇਹਨਾਂ ਨੇ ਡੀਐਸਪੀ ਨੂੰ ਫੋਨ ਲਾਇਆ, ਫਿਰ
ਡੀਐਸਪੀ ਤੇ ਜੇ ਆਉਣੇ ਹੀ ਸੀਗੇ, ਉਹਨੇ ਅੰਦਰ ਫੋਨ ਲਾ ਕੇ ਜਿਹੜੀ ਟਾਸਕ ਫੋਰਸ ਆ ਸ਼੍ਰੋਮਣੀ ਕਮੇਟੀ ਦੀ ਸ੍ਰੀ ਗੋਂਦਵਾਲ ਸਾਹਿਬ, ਉਹਨਾਂ ਨੂੰ ਕਹਿ ਕੇ ਤੇ ਉਹਨੇ ਜਿਹੜਾ ਸਾਡੇ ਹੀ 4 ਜਣੇ ਸੀਗੇ, ਇਸ ਭੈਣ ਜੀ ਸਮੇਤ 4 ਜਣੇ ਸੀਗੇ ਤੇ ਸਾਡੇ ਤੋਂ ਉਹਨੇ ਹਮਲਾ ਕਰ ਦਿੱਤਾ ਤੇ ਭੈਣ ਜੀ ਨੂੰ ਠੁੱਡੇ ਮਾਰੇ, ਚਪੇੜਾਂ ਮਾਰੀਆਂ, ਬਹੁਤ ਮੰਦੀ ਸ਼ਬਦਾਵਲੀ ਵੀ ਜਿਹੜੀ ਉਹਨਾਂ ਨੇ ਯੂਜ਼ ਕੀਤੀ। ਉੱਥੇ ਮੇਰੀ ਜਿਹੜੀ ਕਿਰਪਾਨ ਸੀਗੀ ਉਹ ਲਾ ਕੇ ਲੈ ਗਏ ਤੇ ਇਦਾਂ ਮਤਲਬ ਉਹਨਾਂ ਨੇ ਸਾਡਾ ਬਹੁਤ ਸਾਡਾ ਇੱਕ ਵੀਰ ਆ ਰੁਪਿੰਦਰ ਸਿੰਘ, ਉਹਦਾ ਜਿਹੜੇ ਪੱਗ ਵੀ ਉਹਦੀ ਲਾਈ, ਉਹਦੀ ਦਸਤਾਰ ਵੀ ਲੱਥੀ ਆ। ਇਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਗੁੰਡੇ ਪਾਲੇ ਹੋਏ ਆ, ਉਹਨਾਂ ਨੇ ਧੱਕਾ ਕੀਤਾ ਸਾਡੇ ਨਾਲ। ਅਸੀਂ ਮੰਗ ਕਰਦੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਕਿ ਇਹਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਤੇ ਨਹੀਂ ਤੇ ਸੰਘਰਸ਼ ਜਿਹੜਾ ਹੋਰ ਤੇਜ਼ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ। Face mask manufacturer. Factory capacity 500,000 mask per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.org.